ਜਿਹੜਾ ਬੇਟਾ ਅਸੀਂ ਆਪਣਾ ਟੌਪਿਕ ਅੱਜ ਸ਼ੁਰੂ ਕਰਨਾ ਹੈ ਉਹ ਹੈ ਭਗਤੀ ਮੂਵਮੈਂਟ ਦੇ ਨਾਲ ਸੰਬੰਧਿਤ। ਜਿਹੜੇ ਸਾਡੇ ਪਹਿਲੇ ਟੌਪਿਕ ਸੀਗੇ ਉਹ ਸਾਡੇ ਟੌਪਿਕ ਸੀਗੇ ਸੰਬੰਧਿਤ ਪ੍ਰਾਚੀਨ ਭਾਰਤ ਦੇ ਨਾਲ, ਵੈਦਿਕ ਫਿਲੋਸਫੀ, ਜੈਨਿਜ਼ਮ, ਬੁੱਧਿਜ਼ਮ, ਉਹਨਾਂ ਨਾਲ ਸੰਬੰਧਿਤ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਫਿਲੋਸਫੀਜ਼ ਹਿਸਟਰੀ ਆਫ ਆਈਡੀਆਜ਼ ਦੇ ਵਿੱਚ ਮੱਧਕਾਲੀਨ ਭਾਰਤ ਦੇ ਵਿੱਚ ਹੋਈਆਂ, ਉਹਨਾਂ ਦਾ ਸਵਰੂਪ ਕੀ ਸੀਗਾ ਅਤੇ ਉਹਨਾਂ ਦੇ ਵਿੱਚ ਕਿਹੜੇ ਫੀਚਰਸ ਸਾਨੂੰ ਦੇਖਣ ਨੂੰ ਮਿਲਦੇ ਨੇ। ਜਦੋਂ ਅਸੀਂ ਭਗਤੀ ਮੂਵਮੈਂਟ ਦੀ ਬੇਟਾ ਗੱਲ ਕਰਦੇ ਹਾਂ ਤਾਂ ਇਹ ਮੱਧਕਾਲੀਨ ਭਾਰਤ ਦੇ ਵਿੱਚ ਹੈ, ਤਾਂ ਉਦੋਂ ਇੱਕ ਵੱਡੀ ਤਬਦੀਲੀ ਸਮਾਜਿਕ ਢਾਂਚੇ ਨੂੰ ਲੈ ਕੇ ਮੱਧਕਾਲੀਨ ਭਾਰਤ ਵਿੱਚ ਆ ਚੁੱਕੀ ਹੈ। ਉਹ ਇਹ ਹੈ ਕਿ ਮਹਿਮੂਦ ਗਜ਼ਨਵੀ ਔਰ ਸਪੈਸ਼ਲੀ ਮੁਹੰਮਦ ਗੌਰੀ ਤੋਂ ਬਾਅਦ ਭਾਰਤ ਦੇ ਅੰਦਰ ਮੁਸਲਿਮਸ ਦੀ ਜਿਹੜੀ ਗਿਣਤੀ ਹੈ, ਸਪੈਸ਼ਲੀ ਇਨ ਦਾ ਨੌਰਦਰਨ ਇੰਡੀਆ, ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਆ ਚੁੱਕੀ ਹੈ। ਕੁਝ ਕਨਵਰਸ਼ਨਸ ਹੋ ਚੁੱਕੀਆਂ ਨੇ, ਤਾਂ ਜਾਨੀ ਦੋ ਕਮਿਊਨਿਟੀਜ਼ ਉਰੇ ਐਗਜ਼ਿਸਟ ਕਰਦੀਆਂ ਨੇ ਔਰ ਉਹਨਾਂ ਦੀ ਰਿਲੀਜੀਅਸ ਫਿਲੋਸਫੀਜ਼ ਜਿਹੜੀਆਂ ਨੇ ਐਗਜ਼ਿਸਟ ਕਰਨ ਲੱਗ ਜਾਂਦੀਆਂ। ਇੱਕ ਹੈ ਜਿਹੜੀ ਪੁਰਾਣੀ ਸਨਾਤਨ ਔਰ ਹਿੰਦੂ ਫਿਲੋਸਫੀ ਔਰ ਦੂਸਰੀ ਹੈ ਇਸਲਾਮਿਕ ਫਿਲੋਸਫੀ। ਤਾਂ ਇਸ ਤੋਂ ਪਹਿਲਾਂ ਕਿ ਦਿੱਲੀ ਸਲਤਨਤ ਤੋਂ ਬਾਅਦ ਜਿਹੜਾ ਇਹ ਪ੍ਰੋਸੈਸ ਸਟਾਰਟ ਹੋਇਆ ਔਰ ਦੋ ਮੁੱਖ ਵਰਗ ਉਹਦੇ ਮੰਨੇ ਗਏ, ਉਹਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਉਸ ਵੇਲੇ ਦੇ ਸਮਾਜ ਨੇ ਜਾਂ ਕੁਝ ਹੋਰ ਫੀਚਰਸ ਨੇ, ਉਹਦੀ ਇੱਕ ਥੋੜ੍ਹੀ ਜਿਹੀ ਰੂਪ ਰੇਖਾ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਨੂੰ ਇੱਕ ਆਈਡੀਆ ਹੋ ਜਾਏ ਕਿ ਕਿਸ ਤਰੀਕੇ ਦਾ ਸਮਾਜ ਉਸ ਵੇਲੇ ਐਗਜ਼ਿਸਟ ਕਰਦਾ ਸੀ। ਜਿਵੇਂ ਮੰਨ ਲਓ ਸਪੋਜ਼ ਕਰਕੇ ਅਸੀਂ ਦੇਖੀਏ ਕਿ ਜਿਹੜੇ ਮੁਸਲਿਮ ਸੀਗੇ, ਤਾਂ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਜਿਹੜੇ ਮੁਸਲਿਮਸ ਨੇ ਉਹ ਇੱਥੋਂ ਦੇ ਨਹੀਂ ਹੈਗੇ। ਉਹ ਪਹਿਲਾ ਹਮਲਾ ਹਿੰਦੁਸਤਾਨ 'ਤੇ ਵੱਡਾ ਮੁਹੰਮਦ ਬਿਨ ਕਾਸਮ ਦਾ ਹੁੰਦਾ, 712 ਤੱਕ ਉਹ ਸਿੰਧ ਤੱਕ ਸੀਮਿਤ ਰਹਿੰਦਾ। ਉਸ ਤੋਂ ਬਾਅਦ ਮਹਿਮੂਦ ਗਜ਼ਨਵੀ ਔਰ ਮੁਹੰਮਦ ਗੌਰੀ ਤੋਂ ਬਾਅਦ ਜਿਹੜੀ ਇਹਦੀ ਐਕਸਪੈਂਸ਼ਨ ਸ਼ੁਰੂ ਹੁੰਦੀ ਹੈ। ਔਰ ਈਵਨ ਮੁਸਲਿਮਸ ਦੇ ਵਿੱਚ ਵੀ ਉਹਨਾਂ ਦੀ ਕੋਈ ਇੱਕ ਕਮਿਊਨਿਟੀ ਨਹੀਂ ਹੈ। ਕੁਝ ਅਰਬ ਨੇ, ਕੁਝ ਈਰਾਨੀ ਨੇ, ਕੁਝ ਮੰਗੋਲ ਨੇ, ਕੁਝ ਅਫਰੀਕੀ ਅਮੀਰ ਵੀ ਨੇ। ਇਹ ਜਿਹੜੇ ਲੋਕ ਨੇ ਪਰਟੀਕੂਲਰਲੀ ਕਿਉਂਕਿ ਇਨਵੇਡਰਸ ਵੀ ਨੇ ਔਰ ਆ ਕੇ ਰਾਜ ਵੀ ਕਰ ਰਹੇ ਆ ਅਤੇ ਰੂਲਿੰਗ ਕਲਾਸ ਨਾਲ ਵੀ ਸੰਬੰਧਿਤ ਨੇ। ਔਰ ਇਹਨਾਂ ਵਿੱਚ ਜਿਹੜੇ ਲੋਕਾਂ ਨੂੰ ਅਸੀਂ ਅੱਗੇ ਪ੍ਰੋਫੈਸ਼ਨ ਵਾਈਜ਼ ਦੇਖਦੇ ਹਾਂ ਤਾਂ ਰੂਲਿੰਗ ਕਲਾਸ ਤਾਂ ਹੈਗੀ ਹੈ। ਕੁਛ ਇਹਦੇ ਵਿੱਚੋਂ ਜਿਹੜੇ ਮੁਸਲਿਮਸ ਦੇ ਵਿੱਚੋਂ ਦੀ ਧਾਰਮਿਕ ਵਰਗ ਨਾਲ ਸੰਬੰਧਿਤ ਨੇ, ਉਲੇਮਾਜ਼ ਵੀ ਨੇ, ਲੇਖਕ ਵੀ ਨੇ ਔਰ ਵਪਾਰੀ ਵੀ ਨੇ। ਕਿਉਂਕਿ ਬਾਹਰੋਂ ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਵੀ ਚੈਪਟਰ ਪੜ੍ਹਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਨਾ ਵੀ ਗੁਰੂ ਅਰਜਨ ਦੇਵ ਜੀ ਨੇ ਘੋੜਿਆਂ ਦਾ ਵਪਾਰ ਸਟਾਰਟ ਕੀਤਾ, ਕਿਆ ਉਤਸ਼ਾਹਿਤ ਕੀਤਾ, ਅਤੇ ਉਹ ਬਾਹਰੋਂ ਘੋੜੇ ਮੰਗਵਾਏ ਜਾਂਦੇ ਸਨ, ਅਰਬਾਂ ਤੋਂ ਘੋੜੇ ਮੰਗਵਾਏ ਜਾਂਦੇ ਸਨ ਕਿਉਂਕਿ ਅਰਬੀ ਘੋੜੇ ਬੜੇ ਫੇਮਸ ਸਨ। ਤੋ ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਜਦੋਂ ਹਿੰਦੁਸਤਾਨ 'ਚ ਰਹਿਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਇੰਡੀਅਨ ਵੂਮਨ ਦੇ ਨਾਲ ਸ਼ਾਦੀਆਂ ਵੀ ਕੀਤੀਆਂ ਕਿਉਂਕਿ ਕਨਵਰਸ਼ਨਸ ਵੀ ਕੀਤੀਆਂ ਜਾਂਦੀਆਂ ਸੀ, ਧਰਮ ਪਰਿਵਰਤਨ ਵੀ ਸਾਰਾ ਕੁਝ ਚੱਲਦਾ ਸੀਗਾ। ਤਾਂ ਉਹਦੇ ਨਾਲ ਮੁਸਲਿਮਸ ਦੀ ਐਕਸਪੈਂਸ਼ਨ ਵੀ ਹੋਈ। ਔਰ ਈਵਨ ਅਸੀਂ ਦਿੱਲੀ ਸਲਤਨਤ ਦੇ ਜਿਹੜਾ ਪਹਿਲਾ ਕਾਲ ਹੈ ਉਹਨੂੰ ਅਸੀਂ ਸਲੇਵ ਡਾਇਨੈਸਟੀ ਜਦੋਂ ਕਹਿੰਦੇ ਹਾਂ ਤਾਂ ਇਹਦਾ ਮਤਲਬ ਉਦੋਂ ਗੁਲਾਮ ਪਰੰਪਰਾ ਵੀ ਪ੍ਰਚਲਿਤ ਸਨ। ਜਿਵੇਂ ਫਿਰੋਜ਼ ਸ਼ਾਹ ਤੁਗਲਕ ਦੇ ਕੋਲੇ ਕਹਿੰਦੇ ਆ ਕਿ ਲਗਭਗ 1,80,000 ਗੁਲਾਮ ਉਹਦੇ ਕੋਲੇ ਸਨ। ਔਰ ਇਸ ਤਰੀਕੇ ਦੇ ਨਾਲ ਇਹ ਮੁਸਲਿਮ ਸਮਾਜ ਦਾ ਅਸੀਂ ਢਾਂਚਾ ਉੱਪਰਲੇ ਲੈਵਲ ਦੇ ਉੱਤੇ ਦੇਖਦੇ ਹਾਂ। ਦੂਜੇ ਪਾਸੇ ਜਦੋਂ ਅਸੀਂ ਹਿੰਦੂ ਸਮਾਜ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹ ਪੁਰਾਣੇ ਸਮੇਂ 'ਚ ਦੇਖਦੇ ਆਉਂਦੇ ਹਾਂ ਕਿ ਉਹ 4 ਜਾਤਾਂ ਦੇ ਵਿੱਚ ਪ੍ਰਚਲਿਤ ਸਨ। ਉਹਨਾਂ ਵਿੱਚੋਂ ਜਿਹੜੇ ਲੋਕ ਕਸ਼ਤਰੀਏ ਸੀਗੇ ਉਹ ਰਾਜ ਕਰਦੇ ਸਨ ਔਰ ਜਿਹੜੇ ਬ੍ਰਾਹਮਣ ਸੀ ਉਹ ਜ਼ਿਆਦਾਤਰ ਪੜ੍ਹਨ ਲਿਖਣ ਦਾ ਜਾਂ ਧਾਰਮਿਕ ਕੰਮਾਂ ਦੇ ਵਿੱਚ ਰੁਚੀ ਰੱਖਦੇ ਸਨ। ਹਾਲਾਂਕਿ ਕੁਝ ਪ੍ਰੋਫੈਸ਼ਨਸ ਦੇ ਵਿੱਚ ਤਬਦੀਲੀਆਂ ਆ ਚੁੱਕੀਆਂ ਹੋਈਆਂ ਸਨ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਵਪਾਰੀ ਵਰਗ ਔਰ ਜਿਹੜਾ ਹੈਗਾ ਲੋਅਰ ਕਾਸਟ ਪੀਪਲ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਸਨ। ਔਰ ਬਹੁ ਗਿਣਤੀ ਵਿੱਚ ਜਿਹੜੇ ਬ੍ਰਾਹਮਣ ਨੇ ਉਹ ਈਵਨ ਉਹਨਾਂ ਨੇ ਨਵੇਂ ਕਿੱਤੇ ਅਪਣਾਉਣੇ ਵੀ ਜਿਹੜੇ ਸ਼ੁਰੂ ਕਰ ਦਿੱਤੇ ਸਨ ਬਦਲੇ ਹੋਏ ਹਾਲਾਤਾਂ ਦੇ ਅਨੁਸਾਰ। ਔਰਤਾਂ ਦੀ ਸਥਿਤੀ ਨੂੰ ਅਸੀਂ ਕੋਈ ਬਰਾਬਰੀ ਦੀ ਸਥਿਤੀ ਉਸ ਵੇਲੇ ਨਹੀਂ ਗਿਣਦੇ ਹੈਗੇ। ਔਰ ਕਿਉਂਕਿ ਮੁਸਲਮਾਨ ਦੇ ਆਉਣ ਦੇ ਨਾਲ ਉਹਨਾਂ ਦੇ ਵਿੱਚ ਜਿਹੜੀਆਂ ਕੁਰੀਤੀਆਂ ਮੌਜੂਦ ਸਨ ਉਹ ਕੁਰੀਤੀਆਂ ਹਿੰਦੂ ਸਮਾਜ ਦਾ ਵੀ ਹਿੱਸਾ ਬਣੀਆਂ, ਜਿਵੇਂ ਪਰਦਾ ਪ੍ਰਥਾ, ਬਹੁ ਵਿਵਾਹ। ਔਰ ਈਵਨ ਇਸ ਪੂਰੇ ਐਪੀਸੋਡ ਦੇ ਵਿੱਚੋਂ ਦੀ ਤੁਸੀਂ ਕਹਿ ਸਕਦੇ ਹੋ ਕਿ ਈਵਨ ਬਾਲ ਵਿਵਾਹ ਵੀ ਜਿਹੜਾ ਹੈਗਾ ਪ੍ਰਚਲਿਤ ਹੋਣਾ ਸਟਾਰਟ ਹੋਇਆ ਕਿਉਂਕਿ ਬਾਲ ਵਿਵਾਹ ਉਦੋਂ ਪ੍ਰਚਲਿਤ ਹੁੰਦਾ ਜਦੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਨੇ। ਤਾਂ ਇਸ ਕਰਕੇ ਕਹਿੰਦੇ ਵੀ ਛੇਤੀ ਸ਼ਾਦੀ ਕਰ ਦਿਓ। ਤਾਂ ਉਹ ਵੀ ਇੱਕ ਪ੍ਰਸਥਿਤੀਆਂ ਜਿਹੜੀਆਂ ਸੀਗੀਆਂ ਉਹ ਬਣੀਆਂ। ਹੁਣ ਇਹਦੇ ਵਿੱਚੋਂ ਜਿਹੜਾ ਮੁਸਲਿਮਸ ਦੇ ਵਿੱਚ ਧਾਰਮਿਕ ਵਰਗ ਹੈ ਉਹਨੂੰ ਅਸੀਂ ਬੇਟਾ ਕਹਿੰਦੇ ਹਾਂ ਉਲੇਮਾ। ਔਰ ਉਹਦੇ ਵਿੱਚੋਂ ਹੀ ਇੱਕ ਵਰਗ ਨਿਕਲ ਕੇ ਆਏਗਾ ਜਿਹਨੂੰ ਅਸੀਂ ਪੜ੍ਹਾਂਗੇ, ਉਹ ਹੈ ਸੂਫੀਵਾਦ ਜਿਹੜਾ ਭਗਤੀ ਮੂਵਮੈਂਟ ਦੇ ਨਾਲ ਜੁੜਦਾ ਹੈ। ਉਲੇਮਾ ਬੇਸਿਕਲੀ ਮੁਸਲਿਮ ਸਮਾਜ ਦੇ ਧਾਰਮਿਕ ਨੇਤਾ ਸੀ, ਜਿਹਨੂੰ ਤੁਸੀਂ ਮੌਲਵੀ ਕਹਿ ਦਿੰਦੇ ਹੋ, ਮੁੱਲਾ ਕਹਿ ਦਿੰਦੇ ਹੋ। ਧਾਰਮਿਕ ਸਿਧਾਂਤਾਂ ਦੇ, ਧਾਰਮਿਕ ਉਹਨਾਂ ਦੀਆਂ ਪਰੰਪਰਾਵਾਂ ਦੇ, ਧਾਰਮਿਕ ਕਾਨੂੰਨਾਂ ਦੇ ਉਹ ਮਾਹਰ ਹੁੰਦੇ ਸਨ।
ਔਰ ਬੇਸਿਕਲੀ ਜਿਹੜੀ ਉਹਨਾਂ ਦੀ ਧਾਰਮਿਕ ਪੁਸਤਕ ਮੇਨ ਹੈ ਉਹਨੂੰ ਅਸੀਂ ਕੁਰਾਨ ਕਹਿੰਦੇ ਆ। ਹਾਲਾਂਕਿ ਜਿਹੜੇ ਉਹਨਾਂ ਦੇ ਸਮਾਜਿਕ ਔਰ ਧਾਰਮਿਕ ਪਰੰਪਰਾਵਾਂ ਦੇ ਰਵਾਇਤਾਂ ਨੇ, ਰਿਵਾਜ ਨੇ, ਉਹ ਕੁਰਾਨ ਦਾ ਹਿੱਸਾ ਨਹੀਂ, ਉਹ ਹਦੀਸ ਦਾ ਹਿੱਸਾ ਨੇ। ਔਰ ਉਹਨਾਂ ਦਾ ਬੁਨਿਆਦੀ ਵਿਸ਼ਵਾਸ ਅਸੀਂ ਸਾਰੇ ਜਾਣਦੇ ਹਾਂ ਵੀ ਉਹ ਕਹਿੰਦੇ ਨੇ ਕਿ ਅੱਲਾ ਔਰ ਅੱਲਾ ਤੋਂ ਬਿਨਾਂ ਕੋਈ ਨਹੀਂ ਹੈ, ਔਰ ਮੁਹੰਮਦ ਜਿਹੜਾ ਹੈਗਾ ਉਹਨਾਂ ਦਾ ਪੈਗੰਬਰ ਹੈ। ਔਰ ਇਹ ਵੀ ਕਹਿੰਦੇ ਆ ਕਿ ਉਹ ਆਖਰੀ ਪੈਗੰਬਰ ਹੈ, ਯਾਨੀ ਹਜ਼ਰਤ ਮੁਹੰਮਦ ਤੋਂ ਬਾਅਦ ਈਸ਼ਵਰ ਦਾ ਕੋਈ ਵੀ ਅਵਤਾਰ ਜਾਂ ਦੂਤ ਜਾਂ ਪੈਗੰਬਰ ਇਸ ਦੁਨੀਆ ਦੇ ਵਿੱਚ ਨਹੀਂ ਹੈ। ਇਹ ਇੱਕ ਉਹਨਾਂ ਦੀ ਬੇਸਿਕ ਸਿਧਾਂਤ ਹੈ ਜਿਹਦੇ ਉੱਤੇ ਕਈ ਵਾਰੀ ਦੂਸਰੇ ਮਤਭੇਦ ਵੀ ਨਾਲ ਉੱਭਰਦੇ ਨੇ ਦੂਜੇ ਲੋਕਾਂ ਦੇ ਨਾਲ। ਔਰ ਉਹ ਕਹਿੰਦੇ ਸੀ ਕਿ ਹਰ ਇੱਕ ਮੁਸਲਮਾਨ ਜੋ ਆਪਣੇ ਆਪ ਨੂੰ ਸੱਚਾ ਮੁਸਲਮਾਨ ਕਹਿਲਵਾਉਂਦਾ ਹੈ ਉਹਦੇ ਲਈ 5 ਵਾਰੀ ਨਮਾਜ਼ ਪੜ੍ਹਨੀ ਜ਼ਰੂਰੀ ਹੈ। ਰਮਜ਼ਾਨ ਦੇ ਮਹੀਨੇ ਦੇ ਵਿੱਚ ਪਿੱਛੇ ਜੇ ਆਪਣਾ ਮਹੀਨਾ ਮਈ 'ਚ ਨਿਕਲ ਕੇ ਗਿਆ, ਰਮਜ਼ਾਨ ਦੇ ਮਹੀਨੇ ਦੇ ਵਿੱਚ ਮੁਸਲਮਾਨ ਨੂੰ ਸੂਰਜ ਚੜ੍ਹਨ ਤੇ ਸੂਰਜ ਛਿਪਣ ਤੱਕ ਰੋਜ਼ਾ ਰੱਖਣਾ ਪੈਂਦਾ, ਯਾਨੀ ਸੂਰਜ ਚੜ੍ਹਨ ਤੋਂ ਪਹਿਲਾਂ ਖਾਣਾ ਤੇ ਬਾਅਦ ਦੇ ਵਿੱਚ ਸੂਰਜ ਛਿਪਣ ਤੋਂ ਬਾਅਦ ਖਾਣਾ, ਤੇ ਜਿੰਨੀ ਦੇਰ ਸੂਰਜ ਹੈ ਉਨੀ ਦੇਰ ਨਹੀਂ ਖਾਣਾ। ਤੇ ਆਪਣੀ ਨੇਕ ਕਮਾਈ ਚੋਂ 2.5% ਉਸਨੇ ਦਾਨ ਦੇਣਾ। ਜਿਵੇਂ ਸਾਡੇ ਦਸਵੰਧ ਦੀ ਪ੍ਰਣਾਲੀ ਹੈ ਉੱਥੇ 2.5% ਦੀ ਹੈ, ਉਹਨੂੰ ਕਹਿੰਦੇ ਜ਼ਕਾਤ। ਸਾਡੇ ਜਿਹਨੂੰ ਦਸਵੰਧ ਕਹਿੰਦੇ ਆ ਉਹਨੂੰ ਜ਼ਕਾਤ ਕਹਿੰਦੇ ਆ, ਉਹ 2.5% ਦੇ ਕਰੀਬ ਹੈ। ਔਰ ਜੀਵਨ ਕਾਲ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਮੱਕਾ ਦੀ ਤੀਰਥ ਯਾਤਰਾ ਕਰਨੀ ਚਾਹੀਦੀ ਹੈ, ਜਿਹਨੂੰ ਹੱਜ ਕਹਿੰਦੇ ਆ। ਪਰ ਉਹਦੇ ਲਈ ਅਸੂਲ ਇਹ ਰੱਖਿਆ ਗਿਆ ਕਿ ਜਦੋਂ ਤੁਹਾਡਾ ਆਪਣਾ ਪਰਿਵਾਰ, ਆਪਣਾ ਮੁਹੱਲਾ, ਆਂਢ ਗੁਆਂਢ ਸਾਰਾ ਖੁਸ਼ਹਾਲ ਹੋਵੇ ਤੇ ਫਿਰ ਤੁਸੀਂ ਹੱਜ ਦੀ ਯਾਤਰਾ ਦੇ ਉੱਤੇ ਜਾਣਾ ਹੈ। ਇਹ ਨਹੀਂ ਹੈ ਕਿ ਆਲੇ ਦੁਆਲੇ ਲੋਕ ਦੁਖੀ ਨੇ ਤਾਂ ਤੁਸੀਂ ਉਹਨਾਂ ਨੂੰ ਛੱਡ ਕੇ ਹੱਜ ਦੀ ਯਾਤਰਾ ਦੇ ਉੱਤੇ ਚਲੇ ਜਾਓ। ਤਾਂ ਬੇਸਿਕਲੀ ਇਹ ਉਲੇਮਾਸ ਦੀ ਫਿਲੋਸਫੀ ਇਹਨਾਂ ਪੁਆਇੰਟਸ ਦੇ ਇਰਦ ਗਿਰਦ ਘੁੰਮਦੀ ਸਨ। ਬਾਕੀ ਅੱਗੋਂ ਦੀ ਡਿਟੇਲਸ ਵੀ ਨੇ, ਜਦੋਂ ਅਸੀਂ ਉਸਨੂੰ ਪੋਲੀਟੀਕਲੀ ਦੇਖਦੇ ਹਾਂ ਕਿ ਉਹ ਕਾਫਰਾਂ ਦੀ ਫਿਲੋਸਫੀ ਵੀ ਉਹ ਆ ਜਾਂਦੀ ਹੈ ਵੀ ਕਾਫਰਾਂ ਨੂੰ ਮਾਰਨਾ ਚਾਹੀਦਾ। ਕਾਫਰ ਜਿਹੜੇ ਨੇ ਉਹਨਾਂ ਨੂੰ ਕਿਹਨੂੰ ਕਾਫਰ ਕਿਹਾ ਜਾਂਦਾ, ਇੱਕ ਅਲੱਗ ਫੀਚਰਸ ਨੇ ਜਿਹਨੂੰ ਅਸੀਂ ਬਾਅਦ ਦੇ ਵਿੱਚ ਕਿਸੇ ਵੇਲੇ ਡਿਟੇਲ ਦੇ ਵਿੱਚ ਦੇਖਾਂਗੇ। ਔਰ ਇਸ ਦੇ ਵਿੱਚੋਂ ਹੀ ਇੱਕ ਪ੍ਰਣਾਲੀ ਥੋੜ੍ਹੀ ਜਿਹੀ ਅਲੱਗ ਹੋ ਕੇ ਨਿਕਲਦੀ ਹੈ, ਉਹ ਹੈ ਸੂਫੀ। ਉਹ ਸ਼ੇਖ ਜਾਂ ਪੀਰ ਦੇ ਨਾਂ ਨਾਲ ਵੀ ਜਾਣੇ ਜਾਂਦੇ ਨੇ। ਜਿਵੇਂ ਅਸੀਂ ਬੜੀਆਂ ਪੀਰਾਂ ਦੀਆਂ ਮਜ਼ਾਰਾਂ ਵਗੈਰਾ ਸਾਰਾ ਉਹ ਦੇਖਦੇ ਹਾਂ ਅੱਜ ਕੱਲ੍ਹ। ਉਹ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਨੇ, ਉਹ ਵੀ ਅੱਲਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਔਰ ਜਿੱਦਾਂ ਸਾਡੀ ਫਿਲੋਸਫੀ ਹੈ ਕਿ ਜਿਹੜਾ ਖੁਦਾ ਹੈ ਉਹ ਸਰਵ ਸ਼ਕਤੀਮਾਨ ਹੈ, ਸਰਵ ਵਿਆਪਕ ਹੈ, ਸਰਵ ਗਿਆਨੀ ਹੈ, ਹਰ ਜਗ੍ਹਾ ਦੇ ਉੱਤੇ ਹੈ ਤੇ ਉਹ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਸਾਰਿਆਂ ਦੇ ਉੱਤੇ ਆਪਣਾ ਆਸ਼ੀਰਵਾਦ ਦਿੰਦਾ ਹੈ। ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਵਿਸ਼ਵਾਸ ਕਰਦੇ ਸਨ। ਬਾਹਰੀ ਦਿਖਾਵੇ ਕਰਮ ਕਾਂਡਾਂ ਦਾ ਵਿਰੋਧ ਜਿੱਦਾਂ ਅਸੀਂ ਕਰਦੇ ਹਾਂ ਉੱਦਾਂ ਹੀ ਵਿਰੋਧ ਉਹ ਕਰਦੇ ਸੀ। ਤੇ ਉਹ ਕਹਿੰਦੇ ਸੀ ਕਿ ਅੱਲਾ ਨੂੰ ਪ੍ਰਾਪਤ ਕਰਨ ਦੇ ਲਈ ਜਿਹੜੀ ਇੰਪੋਰਟੈਂਟ ਗੱਲ ਹੈ, ਪੀਰ ਜਾਂ ਗੁਰੂ ਦਾ ਹੋਣਾ ਬੜਾ ਮਹੱਤਵ ਹੈ। ਇਹ ਇੱਕ ਫੀਚਰ ਅਲੱਗ ਸੀ, ਕਿਉਂਕਿ ਅਦਰਵਾਈਜ਼ ਜਿਹੜੇ ਉਲਮਾ ਸੀਗੇ ਉਹ ਕਹਿੰਦੇ ਸੀ ਕਿ ਹਜ਼ਰਤ ਮੁਹੰਮਦ ਤੋਂ ਬਾਅਦ ਕੋਈ ਹੋਰ ਗੁਰੂ ਨਹੀਂ ਹੋ ਸਕਦਾ। ਇਹ ਕਹਿੰਦੇ ਸੀ ਕਿ ਗੁਰੂ ਹੋ ਸਕਦਾ ਹੈ। ਦੂਸਰਾ, ਜਿਹੜੇ ਮੁਸਲਿਮਸ ਨੇ, ਇਸਲਾਮ ਹੈ ਉਹ ਸੰਗੀਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਮਿਊਜ਼ਿਕ 'ਚ ਯਕੀਨ ਨਹੀਂ ਰੱਖਦਾ। ਲੇਕਿਨ ਜਿਹੜੇ ਸੂਫੀ ਸੀਗੇ ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸੀ ਔਰ ਕਵਾਲੀਆਂ ਗਾ ਕੇ ਅੱਲਾ ਨੂੰ ਦੇ ਪ੍ਰਤੀ ਭਗਤੀ ਨੂੰ ਜ਼ਾਹਰ ਕਰਦੇ ਸਨ। ਬਹੁਤ ਸਾਰੇ ਸੰਪਰਦਾਇ ਅਸੀਂ ਦੇਖਦੇ ਹਾਂ ਇਸ ਤਰੀਕੇ ਦੇ ਸਾਡੇ ਸਾਹਮਣੇ ਆਉਂਦੇ ਨੇ। ਮਨੁੱਖਤਾ, ਦੁਖੀਆਂ ਦੀ ਸੇਵਾ ਕਰਨਾ, ਰੋਗੀਆਂ ਦੀ ਸੇਵਾ ਕਰਨਾ, ਇਹ ਉਹਨਾਂ ਦੀ ਫਿਲੋਸਫੀ ਦਾ ਇੱਕ ਮੇਜਰ ਪਾਰਟ ਮੰਨਿਆ ਜਾਂਦਾ ਸੀਗਾ। ਔਰ ਉਸ ਤੋਂ ਬਾਅਦ ਬੇਟਾ ਸੂਫੀਆਂ ਦੇ ਵੀ ਅੱਗੋਂ ਕਈ ਸ਼ਾਖਾਵਾਂ ਬਣੀਆਂ, ਜਿਨ੍ਹਾਂ ਵਿੱਚੋਂ 2 ਸਿਲਸਿਲੇ, ਉਹਨੂੰ ਸਿਲਸਿਲਾ ਕਹਿ ਦਿੰਦੇ ਆ, ਇੰਪੋਰਟੈਂਟ ਨੇ। ਇੱਕ ਦਿੱਲੀ ਦੇ ਅੰਦਰ ਜਿਸ ਨੂੰ ਕਿਹਾ ਜਾਂਦਾ ਹੈਗਾ ਸਲੀਮ ਜਿਹੜਾ ਹੈਗਾ ਸਿਲਸਿਲਾ, ਔਰ ਜਿਵੇਂ ਤੁਸੀਂ ਕਹਿ ਸਕਦੇ ਹੋ ਸੋਹਰਾਵਰਦੀ ਸਿਲਸਿਲਾ। ਔਰ ਦੂਸਰਾ ਹੈਗਾ ਜਿਹੜਾ ਅਜਮੇਰ ਦੇ ਅੰਦਰ ਜਿਹਨੂੰ ਅਸੀਂ ਕਹਿੰਦੇ ਨੇ ਚਿਸ਼ਤੀ ਸੰਪਰਦਾਇ ਜਾਂ ਚਿਸ਼ਤੀ ਸਿਲਸਿਲਾ, ਜਿਹਦੀ ਅਜਮੇਰ ਦੇ ਵਿੱਚ ਮੀਨੂਦੀਨ ਚਿਸ਼ਤੀ ਜਿਹਦੀ ਦਰਗਾਹ ਵੀ ਬੜੀ ਫੇਮਸ ਹੈਗੀ ਹੈ, ਜਿਨ੍ਹਾਂ ਦੀ ਉਹ ਅਸੀਂ ਸਾਰੇ ਨਾਮ ਸੁਣਿਆ ਹੋਇਆ ਅਜਮੇਰ ਦੀ ਦਰਗਾਹ ਸ਼ਰੀਫ, ਤੇ ਉਹ ਇਹਨਾਂ ਦੇ ਨਾਂ ਤੋਂ ਚੱਲਦੀ ਹੈ। ਹਾਲਾਂਕਿ ਉਹਦੀਆਂ ਵੀ ਕਈ ਪਾਸੇ ਕਈ ਡਿਟੇਲਸ ਨੇ, ਜਦੋਂ ਅਸੀਂ ਉਸਨੂੰ ਪੋਲੀਟੀਕਲੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਅਸੀਂ ਅਲੱਗ ਤੌਰ ਦੇ ਉੱਤੇ ਦੇਖਾਂਗੇ। ਤਾਂ ਇਸ ਸੂਫੀ ਮਤ ਦਾ ਭਾਰਤ ਦੇ ਸਮਾਜ ਦੇ ਉੱਤੇ ਵੀ ਬੇਟਾ ਵੱਡਾ ਪ੍ਰਭਾਵ ਪਿਆ। ਉਹਦੇ ਕਈ ਫੀਚਰ ਸੀਗੇ, ਜਿਵੇਂ ਇੱਕ ਪਾਸੇ ਇਸਲਾਮ ਜਿਹੜਾ ਸੀਗਾ ਉਹ ਫੋਰਸਫੁਲੀ ਕਨਵਰਸ਼ਨ 'ਚ ਵੀ ਯਕੀਨ ਰੱਖਦਾ ਹੈ, ਗੁਲਾਮ 'ਚ ਵੀ ਰੱਖਦਾ ਹੈ। ਲੇਕਿਨ ਸੂਫੀ ਜਿਹੜੇ ਨੇ ਉਹ ਇਸ ਗੱਲ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਸਹਿਨਸ਼ੀਲਤਾ, ਮਨੁੱਖੀ ਭਾਈਚਾਰਾ, ਆਪਸ ਦੇ ਵਿੱਚ ਹਿੰਦੂ ਮੁਸਲਮਾਨ ਮਿਲ ਜੁਲ ਕੇ ਰਹਿਣ, ਸਮਾਜ ਵਿੱਚ ਜਿਹੜੀਆਂ ਬੁਰਾਈਆਂ ਨੇ, ਗੁਲਾਮ ਪ੍ਰਥਾ ਹੈ, ਨੀਚ ਪ੍ਰਥਾ ਹੈ, ਜਾਤ ਪਾਤ ਹੈ, ਸ਼ਰਾਬ ਹੈ, ਜੂਆ ਹੈ, ਇਸ ਦੇ ਖਿਲਾਫ ਉਹ ਗੱਲ ਕਰਦੇ ਨੇ। ਕਵਾਲੀ ਔਰ ਸੰਗੀਤ ਦੇ ਰਾਹੀਂ ਜਿਹੜੀ ਆ ਵਿਚਾਰਧਾਰਾ ਨੂੰ ਫੈਲਾਉਣ ਦੀ ਗੱਲ ਕਰਦੇ ਆ, ਅੱਲਾ ਨੂੰ ਪ੍ਰਾਪਤ ਕਰਨ ਦੀ ਗੱਲ ਕਰਦੇ ਆ, ਈਸ਼ਵਰ ਦੀ ਭਗਤੀ ਦੀ ਗੱਲ ਕਰਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਇਸ ਅੰਦੋਲਨ ਦੀਆਂ ਵਿਸ਼ੇਸ਼ਤਾਵਾਂ।
ਔਰ ਇਸ ਕਰਕੇ ਇਹ ਚੀਜ਼ਾਂ ਨੂੰ ਜਦੋਂ ਅਸੀਂ ਹਿੰਦੂ ਸਮਾਜ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਇਹ ਸਾਰੀਆਂ ਫਿਲੋਸਫੀਜ਼ ਹਿੰਦੂ ਸਮਾਜ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਾਂ ਇੰਡੀਅਨ ਸਮਾਜ ਵਿੱਚ ਜਦੋਂ ਦੇਖਦੇ ਹਾਂ ਤਾਂ ਉਹ ਜਿਹੜੀ ਸਾਡੀ ਭਗਤੀ ਮੂਵਮੈਂਟ ਹੈ ਉਹਦੇ ਕਾਫੀ ਨਜ਼ਦੀਕ ਸਾਨੂੰ ਨਜ਼ਰ ਆਉਂਦੀਆਂ ਨੇ। ਕਿਉਂਕਿ ਸਾਡੀ ਭਗਤੀ ਮੂਵਮੈਂਟ ਵੀ ਇਹ ਕਹਿੰਦੀ ਹੈ ਕਿ ਜਦੋਂ ਤੁਸੀਂ ਈਸ਼ਵਰ ਦੇ ਵਿੱਚ ਰਚ ਜਾਂਦੇ ਹੋ, ਈਸ਼ਵਰ ਦੇ ਵਿੱਚ ਮਸਤ ਹੋ ਜਾਂਦੇ ਹੋ, ਤਾਂ ਫਿਰ ਤੁਹਾਨੂੰ ਕੁਝ ਵੀ ਮਾਇਆਵੀ ਦੁਨਿਆਵੀ ਚੀਜ਼ਾਂ ਦੀ ਸੁਰਤ ਨਹੀਂ ਰਹਿੰਦੀ, ਯਾਨੀ ਸਾਰਾ ਕੁਝ ਤੁਸੀਂ ਈਸ਼ਵਰ ਦੇ ਸਮਰਪਿਤ ਕਰਦੇ ਹੋ। ਜੇ ਈਵਨ ਤੁਸੀਂ ਗ੍ਰਸਥ ਜੀਵਨ ਦੇ ਵਿੱਚ ਵੀ ਜੀਵਨ ਬਤੀਤ ਕਰ ਰਹੇ ਹੋ ਤਾਂ ਵੀ ਤੁਸੀਂ ਆਪਣਾ ਫਰਜ਼ ਕਰਦੇ ਹੋਏ ਉਸ ਫਰਜ਼ ਨੂੰ ਵੀ ਈਸ਼ਵਰ ਦੇ ਪ੍ਰਤੀ ਸਮਰਪਿਤ ਕਰਦੇ ਹੋ। ਇਸ ਤਰੀਕੇ ਦੀ ਫਿਲੋਸਫੀ ਜਿਹੜੀ ਸੀਗੀ ਉਹ ਹਿੰਦੁਸਤਾਨ ਦੇ ਵਿੱਚ ਜਿਹੜੀ ਹੈ ਪਨਪੀ, ਉਹਨੂੰ ਅਸੀਂ ਹਿੰਦੁਸਤਾਨ ਦੇ ਅੰਦਰ ਇਸ ਭਗਤੀ ਨੂੰ, ਸੰਤਵਾਦ ਨੂੰ, ਸੂਫੀਵਾਦ ਨੂੰ ਅਸੀਂ ਇੱਕ ਜਨਰਲ ਨਾਮ ਦੇ ਦਿੰਦੇ ਹਾਂ। ਉਹ ਨਾਮ ਦੇ ਦਿੰਦੇ ਹਾਂ ਬੇਟਾ ਭਗਤੀ ਅੰਦੋਲਨ, ਭਗਤੀ ਮੂਵਮੈਂਟ। ਇਹ ਅਸੀਂ ਉਹਦੀ ਇੱਕ ਬਰੀਫ ਇੰਟਰੋਡਕਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮੂਵਮੈਂਟ ਨੂੰ ਜਿਹੜਾ ਹੈਗਾ ਅਸੀਂ ਸਮਝ ਸਕਦੇ ਹਾਂ। ਤਾਂ ਇਹਨਾਂ ਐਂਗਲਸ ਤੋਂ, ਇਹਨਾਂ ਦ੍ਰਿਸ਼ਟੀਕੋਣਾਂ ਤੋਂ ਅਸੀਂ ਇਸ ਮੂਵਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਬੇਟਾ।